ਕਿਹੜੇ ਸਟੂਡੈਂਟ ਉਤਸ਼ਾਹਿਤ ਨਾਲ ਇੱਕ ਪ੍ਰਧਾਨ ਚੁਣਨਗੇ ਇਹ ਵੀ ਦੇਖਣਾ ਹੋਏਗਾ। ਵੱਖ-ਵੱਖ ਜਥੇਬੰਦੀਆਂ ਨਾਲ ਮੁਲਾਕਾਤ ਕਰਾ ਰਹੇ ਹਾਂ ਤਾਂ ਅੱਜ ਤੁਹਾਡੀ ਸੋਈ ਦੇ ਪ੍ਰਧਾਨ ਦੇ ਨਾਲ ਗੱਲਬਾਤ ਕਰਾਵਾਂਗੇ ਜੋ पूरी तैयारी कर रहे हैं, कंपेनिंग कर रहे हैं ਵੱਖ-ਵੱਖ डिपार्टमेंट ਦੇ ਵਿੱਚ ਜਾ ਕੇ। एक बहुत छोटे ਜਿਹੇ ਘਰੋਂ ਉੱਠਿਆ ਬਈ मैं, ठीक है, नॉर्मल बैकग्राउंड है मेरा, कोई पोलिटिकल बैकग्राउंड नहीं। 2019 ਤੋਂ ਸੋਈ ਨਾਲ ਜੁੜਿਆ ਸੀ, ठीक है। इस वार 2023 ਚ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਕਿ ਪ੍ਰਧਾਨ ਦੇ ਇਲੈਕਸ਼ਨ ਕੰਟੈਸਟ ਕਰ ਸਕਦਾ ਹੈ ਤੇ ਇਸ ਵਾਰ ਦੀ ਇਲੈਕਸ਼ਨ ਚ ਸੋਈ, ਇੰਸੋ ਤੇ HPSU ਤਿੰਨੇ ਪਾਰਟੀਆਂ ਇਕੱਠੀਆਂ ਆਈਆਂ ਨੇ। वाईफाई की प्रॉब्लम होती है, उनको हॉस्टल अलॉटमेंट की प्रॉब्लम होती है क्योंकि जो हमारी गेस्ट बेसिस के हॉस्टल्स है वो ज़्यादा अलॉट होते हैं कंपेरेटिव टू परमानेंट जो बेसिस रहते हैं। तो हमारे छोटे छोटे प्रॉब्लम्स हैं, हम छोटे छोटे प्रॉब्लम्स को ही लेके कि हम बहुत बड़े वादे नहीं करेंगे, जो हम स्टूडेंट्स के लिए वेलफेयर करते आ रहे हैं वैसे ही करते रहेंगे। ਜਿਵੇਂ ਬਈ ਤੁਸੀਂ ਵੀ ਲੱਗੇ ਹੋਏ ਹੋ ਬਈ ਪ੍ਰਧਾਨਗੀ ਲਈ ਨੇ, ਤੁਸੀਂ ਕਾਹਦੇ ਲਈ ਕਰ ਰਹੇ ਹੋ ਤਾਂ ਕੀ ਲੱਗਦਾ ਕਿ ਤੁਹਾਡੇ ਜਿੱਤ ਹੱਥ ਜਿਹੜੀ ਝੋਲੀ ਪੈ ਜਾਵੇਗੀ ਜਾਂ ਫਿਰ ਨਿਰਾਸ਼ਾ ਦੇਖਣੀ ਮਿਲੇਗੀ ਆਉਣ ਵਾਲੇ ਦਿਨਾਂ ਦੇ ਵਿੱਚ? ਕਿ ਜਿਵੇਂ ਆਪਾਂ ਸਾਰੇ ਕਹਿੰਦੇ ਆ ਕਿ ਆਪਣਾ ਕੰਪੀਟੀਸ਼ਨ ਅਸੀਂ ਖੁਦ ਹੁੰਨੇ ਆ ਤੇ ਉਵੇਂ ਹੀ ਸਾਡਾ ਅਸੀਂ ਖੁਦ ਦਾ ਕੰਪੀਟੀਸ਼ਨ, ਅਸੀਂ ਸਾਡਾ ਪਿਛੋਕੜ ਹੀ ਹੈ ਤਾਂ ਅਸੀਂ ਉਹਨਾਂ ਨੂੰ ਬੀਟ ਕਰਨਾ ਜਿਹੜੇ ਸਾਡੇ ਪਿੱਛੇ ਰਹਿ ਕੇ ਗਏ ਹੋਏ ਨੇ, ਤਾਂ ਅਸੀਂ ਹੋਰ ਪਾਰਟੀਆਂ ਨੂੰ ਉਹਦਾ ਕੰਸੀਡਰ ਲੈ ਕੇ ਨਹੀਂ ਚੱਲਦੇ ਕਿ ਸਾਡਾ ਕੰਪੀਟੀਸ਼ਨ ਨੇ। ਜਿਵੇਂ ਸਾਨੂੰ ਵੀ ਕਈ ਬੱਚੇ ਦੱਸ ਰਹੇ ਨੇ ਕਿ ਸਾਨੂੰ ਸਾਡੇ ਐਮਐਲਏ ਨੇ ਫੋਨ ਕੀਤਾ, ਅਸੀਂ ਅੱਗੋਂ ਉਹਨੂੰ ਕਹਿਤਾ ਕਿ ਨਹੀਂ ਪਿਛਲੀ ਵਾਰ ਕਰਤਾ ਐਤਕੀ ਅਸੀਂ ਉਹ ਗਲਤੀ ਨਹੀਂ ਕਰਨੀ। ਤੇ ਕਿਤੇ ਨਾ ਕਿਤੇ CYSS ਦਾ ਤੁਸੀਂ ਕੈਂਪਸ 'ਚ ਮਾਹੌਲ ਵੀ ਵੇਖ ਸਕਦੇ ਹੋ, ਬਹੁਤ ਡਾਊਨ ਹੈ। ਸਿਰਫ ਔਰ ਸਿਰਫ ਜੇ ਕੁਝ ਦਿਖ ਰਿਹਾ ਹੈ ਤੇ ਸੋਈ, ਇੰਸੋ ਤੇ HPSU ਦਾ ਪੈਨਲ ਵਿਖ ਰਿਹਾ ਬਈ 92 MLA ਨੇ, ਇਹ ਤਾਂ ਸਟੂਡੈਂਟ ਵੈਲਫੇਅਰ ਦਾ ਕੰਮ ਹੈ। ਜਿਹੜੀ ਕਾਉਂਸਿਲ ਹੈ ਉਹ MLA ਸਰਕਾਰਾਂ ਦੇ ਫੋਨ ਹੋ ਰਿਹਾ ਕਹਿੰਦੇ ਬਈ, ਹੁਣ ਤਾਂ ਉਹੀ ਦੱਸਣ ਲੱਗੇ ਆ। ਜਿਹੜੀ ਕਾਉਂਸਿਲ ਹੈ ਬਈ ਉਹ MLA ਸਰਕਾਰਾਂ ਦੀ ਕਾਉਂਸਿਲ ਥੋੜੀ ਹੈ, ਉਹ ਜਿਹੜੀ ਕਾਉਂਸਿਲ ਹੈ ਉਹ ਸਟੂਡੈਂਟ ਦੀ ਕਾਉਂਸਿਲ ਹੈ। ਉਹ ਕਾਉਂਸਿਲ ਸਟੂਡੈंट वेलफेयर वास्ते बनी है। आज की डेट में सोई, इंसो और HPSU रियल में स्टूडेंट वेलफेयर की बात करते हुए आज चारों सीटों पे एक रिप्रेजेंटेशन देने की कोशिश कर रही हैं। मैं अगर वो पार्टीज़ में जीत भी गई मान लो एक बार के लिए, तो उनके दूसरी सीटों का क्या, वो तो ऑप्शन ही नहीं रख रहे वहाँ। जी, सोई के साथ जैसे मैं बताना चाहूँगा हमारा पुराना इतिहास रहा है। हम सोई के साथ हमेशा से इलेक्शन लड़ते आए हैं। ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡੇ ਨਾਲ ਜਗਸੀਰ ਸਿੰਘ। ਯੂਨੀਵਰਸਿਟੀ ਦੇ ਵਿੱਚ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ, ਵੱਖ-ਵੱਖ ਜਥੇਬੰਦੀਆਂ ਤਿਆਰੀਆਂ ਕਰ ਰਹੀਆਂ ਨੇ, ਸਟੂਡੈਂਟ ਜਥੇਬੰਦੀਆਂ ਨੇ। ਤਾਂ ਇਸ ਵਾਰ ਕਿਹੜੀ ਜਥੇਬੰਦੀ ਦਾ ਜਿਹੜਾ ਪ੍ਰਧਾਨ ਚੁਣਿਆ ਜਾਏਗਾ, ਕਿਹੜੇ ਸਟੂਡੈਂਟ ਉਤਸ਼ਾਹਿਤ ਨਾਲ ਇੱਕ ਪ੍ਰਧਾਨ ਚੁਣਨਗੇ ਇਹ ਵੀ ਦੇਖਣਾ ਹੋਏਗਾ। ਵੱਖ-ਵੱਖ ਜਥੇਬੰਦੀਆਂ ਨਾਲ ਮੁਲਾਕਾਤ ਕਰਾ ਰਹੇ ਹਾਂ ਤਾਂ ਅੱਜ ਤੁਹਾਡੀ ਸੋਈ ਦੇ ਪ੍ਰਧਾਨ ਦੇ ਨਾਲ ਗੱਲਬਾਤ ਕਰਾਵਾਂਗੇ ਜੋ ਪੂਰੀ ਤਿਆਰੀ ਕਰ ਰਹੇ ਨੇ, ਕੰਪੇਨਿੰਗ ਕਰ ਰਹੇ ਨੇ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਜਾ ਕੇ। ਤਾਂ ਸਾਰੇ ਹੁਣ ਵੀ ਲੱਗੇ ਹੋਏ ਨੇ ਤਾਂ ਅਸੀਂ ਯੁਵਰਾਜ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਤਿਆਰੀ ਲੱਗ ਰਹੀ ਹੈ, ਕਿਵੇਂ ਦਾ ਰਿਸਪੌਂਸ ਜਿਹੜਾ ਇਹਨਾਂ ਨੂੰ ਮਿਲ ਰਿਹਾ, ਕਿ ਇਸ ਵਾਰ ਜਿਹੜੀ ਬਾਜੀ ਇਹਨਾਂ ਦੀ ਵੱਜੇਗੀ ਜਾਂ ਫਿਰ ਪਿਛਲੀ ਵਾਰ ਵਾਂਗੂ CYSS ਜਿਹੜੀ ਹੈ ਬਾਜੀ ਮਾਰ ਜਾਵੇਗੀ। ਬਹੁਤ ਸਾਰੇ ਸਵਾਲ ਨੇ, ਅਸੀਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਬਈ ਸਤਿ ਸ਼੍ਰੀ ਅਕਾਲ, ਠੀਕ ਠਾਕ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਹੋ ਬਾਈ? ਯੁਵਰਾਜ ਬਾਈ ਪਹਿਲਾਂ ਤਾਂ ਤੁਹਾਡੇ ਬਾਰੇ ਪਿਛੋਕੜ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਿਛਲਾ ਕਹਿੰਦੇ ਬੈਕਗਰਾਊਂਡ ਸਟੂਡੈਂਟ ਵਾਲੀ ਹੈ, ਕੋਈ ਪੋਲਿਟਿਕਸ ਨਹੀਂ ਹੈਗੀ, ਕੋਈ ਕਿਵੇਂ ਦੀ ਤਿਆਰੀ ਹੈ ਹੁਣ, ਕਿਵੇਂ ਸਮਝ ਰਹੇ ਹੋ ਸਾਰੀਆਂ ਚੀਜ਼ਾਂ ਨੂੰ? ਸਤਿ ਸ਼੍ਰੀ ਅਕਾਲ ਵੀ ਪਹਿਲਾਂ ਤਾਂ ਤੁਹਾਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਚੈਨਲ ਰਾਹੀਂ। ਬਾਈ ਬਸ ਤੁਸੀਂ ਜਿਵੇਂ ਦੱਸਿਆ ਕਿ ਪਿਛਲਾ ਮੇਰਾ ਪਿਛੋਕੜ ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ, ਇੱਕ ਬਹੁਤ ਛੋਟੇ ਜਿਹੇ ਘਰੋਂ ਉੱਠਿਆ ਬਈ ਮੈਂ, ਠੀਕ ਹੈ। ਨੋਰਮਲ ਬੈਕਗਰਾਊਂਡ ਹੈ ਮੇਰਾ, ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ। 2019 ਤੋਂ ਸੋਈ ਨਾਲ ਜੁੜਿਆ ਸੀ, ਠੀਕ ਹੈ। ਇਸ ਵਾਰ 2023 ਚ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਕਿ ਪ੍ਰਧਾਨ ਦੇ ਇਲੈਕਸ਼ਨ ਕੰਟੈਸਟ ਕਰ ਸਕਦਾ ਤੇ ਇਸ ਵਾਰ ਦੀ ਇਲੈਕਸ਼ਨ 'ਚ ਸੋਈ, ਇੰਸੋ ਤੇ HPSU ਤਿੰਨੇ ਪਾਰਟੀਆਂ ਇਕੱਠੀਆਂ ਆਈਆਂ ਨੇ ਤੇ ਉਹਨਾਂ ਨੇ ਇਸ ਵਾਰ ਪੂਰਾ ਤੇ ਪੂਰਾ ਮਿਹਨਤ ਕਰ ਰਹੇ ਹਾਂ ਅਸੀਂ ਸਾਰੇ ਕਿ ਇਸ ਵਾਰ ਸਾਰੇ ਤਿੰਨੇ ਪਾਰਟੀਆਂ ਇਕੱਠੇ ਚਾਰੇ ਪੋਸਟਾਂ 'ਤੇ ਕੰਟੈਸਟ ਕਰ ਰਹੀਆਂ ਨੇ, ਪ੍ਰਧਾਨ ਦੀ ਤੇ ਵਾਈਸ ਪ੍ਰੈਜ਼ੀਡੈਂਟ ਦੀ ਤੇ ਜਨਰਲ ਸੈਕਟਰੀ ਦੇ ਤੇ ਜੁਆਇੰਟ ਸੈਕਟਰੀ ਤੇ ਪੂਰੀ ਮਿਹਨਤ ਨਾਲ ਅਸੀਂ ਚਾਰੇ ਉਹਦੀ ਸਟੂਡੈਂਟਸ ਦੀ ਯੂਨਿਟੀ ਨਾਲ ਰਿਪਰੈਜ਼ੈਂਟੇਟਿਵ ਐਜ਼ ਬਣ ਕੇ ਕਾਉਂਸਲ 'ਚ ਬੈਠਾਂਗੇ ਤੇ ਪੂਰੀ ਮਿਹਨਤ ਕਰ ਰਹੇ ਹਾਂ ਜੀ। ਜ਼ੋਰ ਕਿੰਨਾ ਕੁ ਲੱਗ ਰਿਹਾ ਬਈ ਅਗਰ ਜੇ ਗੱਲ ਕੀਤੀ ਜਾਵੇ? ਪਿਛਲੀ ਵਾਰ ਵੀ ਕਹਿੰਦੇ 2 ਸਾਲ ਤੱਕ ਕਰੋਨਾ ਨੇ ਖਾ ਲਏ, ਪਰ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਹੋਏ CYSS ਨੇ ਬਾਜੀ ਮਾਰ ਲਈ, ਉਦੋਂ ਵੀ ਬੜਾ ਜ਼ੋਰ ਲੱਗਿਆ ਸੀਗਾ। ਹੁਣ ਵੀ ਤਕਰੀਬਨ 2-3 ਮਹੀਨਿਆਂ ਤੋਂ ਲਗਾਤਾਰ ਇਹ ਚੀਜ਼ਾਂ ਨੂੰ ਦੇਖਿਆ ਜਾ ਰਿਹਾ, ਕੰਪੇਨਿੰਗ ਕਰ ਰਹੇ ਵੱਖ-ਵੱਖ ਥਾਵਾਂ 'ਤੇ ਜਾ ਕੇ ਸਾਰਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ। ਹੁਣ ਕੀ ਲੱਗ ਰਿਹਾ, ਸਥਿਤੀ ਕੀ ਲੱਗ ਰਹੀ ਹੈ ਕਿ ਕੁਝ ਹਾਸਲ ਹੋਏਗਾ ਜਾਂ ਫਿਰ ਕੋਈ ਨਿਰਾਸ਼ਾ ਹੈ? ਨਹੀਂ, ਕੋਈ ਨਿਰਾਸ਼ਾ ਨਹੀਂ ਜੀ।
ਠੀਕ ਹੈ, ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲ ਰਿਹਾ ਹੈ। ਤੁਸੀਂ ਜਿਹੜੀ ਗੱਲ ਕੀਤੀ ਕਿ ਪਿਛਲੀ ਵਾਰ CYSS ਦਾ ਆਇਆ ਸੀ, ਸਟੂਡੈਂਟਸ ਨੇ ਪਿਛਲੇ ਸਾਲ ਪੂਰੇ ਦੇਖਿਆ ਕਿ CYSS ਜਿਹੜੀ ਪਾਰਟੀ ਸੀ, ਨਾ ਹੀ ਉਹ ਕਾਉਂਸਲ 'ਚ ਦਿਖੀ, ਕਾਉਂਸਲ 'ਚ ਹੀ ਨਹੀਂ ਦਿਖੀ ਜੀ, ਠੀਕ ਹੈ, ਨਾ ਹੀ ਉਹ ਕਿਤੇ ਡਿਪਾਰਟਮੈਂਟਸ ਦਿਖੀ, ਨਾ ਹੀ ਉਹ ਕਿਤੇ ਯੂਨੀਵਰਸਿਟੀ ਦੇ ਅੰਦਰ ਦਿਖੀ। ਤਾਂ ਉਹ ਚੀਜ਼ ਦੀ ਸਟੂਡੈਂਟਸ ਨੂੰ ਪਿਛਲੇ ਸਾਲ ਪਤਾ ਲੱਗ ਗਿਆ ਹੈ ਤੇ ਇਸ ਸਾਲ ਸਟੂਡੈਂਟਸ ਉਹਨਾਂ ਨੂੰ ਵੀ ਦੱਸਣਗੇ ਕਿ ਜੋ ਚੀਜ਼ਾਂ ਉਹਨਾਂ ਨੇ ਪਿਛਲੇ ਸਾਲ ਕੀਤੀਆਂ ਉਹਨਾਂ ਦਾ ਜਾਂ ਕੀ ਰਿਜ਼ਲਟ ਨਿਕਲਣਾ ਹੈ ਤੇ ਉਹਨਾਂ ਨੂੰ ਕੀ ਦੇਖਣ ਨੂੰ ਮਿਲਣਾ ਹੈ, ਉਹ ਤੁਹਾਨੂੰ ਇਸ ਵਾਰ ਦੀ ਇਲੈਕਸ਼ਨਾਂ 'ਚ ਪਤਾ ਲੱਗ ਜਾਣਾ, ਤੁਹਾਨੂੰ ਉਹਦੇ ਰਿਜ਼ਲਟ ਤੋਂ ਪਤਾ ਲੱਗ ਜਾਣਾ। ਜਿਹੜੇ ਤੁਸੀਂ ਕੰਮ ਦੀ ਗੱਲ ਕੀਤੀ ਕਿ ਸਾਡਾ ਕੰਮ ਕਿਵੇਂ ਚੱਲ ਰਿਹਾ, ਸਾਡਾ ਕੰਮ ਤੁਹਾਨੂੰ ਮੈਂ ਜਿਵੇਂ ਪਹਿਲਾਂ ਕਿਹਾ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ। ਅਸੀਂ ਤਿੰਨੇ ਪਾਰਟੀਆਂ ਇਸ ਟਾਈਮ ਤੇ ਬਹੁਤ ਸਟਰੋਂਗ ਕੰਪੀਟੀਸ਼ਨ ਦੇ ਰਹੀਆਂ ਤੇ ਸਾਡਾ ਹਰ ਵਾਰ ਦਾ ਕੰਪੀਟੀਸ਼ਨ ਕੋਈ ਹੋਰ ਪਾਰਟੀ ਨਹੀਂ ਹੁੰਦੀਆਂ, ਸਾਡਾ ਹਰ ਵਾਰ ਦਾ ਕੰਪੀਟੀਸ਼ਨ ਸਾਡਾ ਪਿਛੋਕੜ ਹੁੰਦਾ ਹੈ ਕਿ ਜਿਵੇਂ ਆਪਾਂ ਸਾਰੇ ਕਹਿੰਦੇ ਆ ਕਿ ਆਪਣਾ ਕੰਪੀਟੀਸ਼ਨ ਅਸੀਂ ਖੁਦ ਹੁੰਨੇ ਆ ਤੇ ਉਵੇਂ ਹੀ ਸਾਡਾ ਅਸੀਂ ਖੁਦ ਦਾ ਕੰਪੀਟੀਸ਼ਨ ਸਾਡਾ ਪਿਛੋਕੜ ਹੀ ਹੈ। ਤਾਂ ਅਸੀਂ ਉਹਨਾਂ ਨੂੰ ਬੀਟ ਕਰਨਾ ਜਿਹੜੇ ਸਾਡੇ ਪਿੱਛੇ ਰਹਿ ਕੇ ਗਏ ਹੋਏ ਨੇ, ਤਾਂ ਅਸੀਂ ਹੋਰ ਪਾਰਟੀਆਂ ਨੂੰ ਉਹਦਾ ਕੰਸੀਡਰ ਲੈ ਕੇ ਨਹੀਂ ਚੱਲਦੇ ਕਿ ਸਾਡਾ ਕੰਪੀਟੀਸ਼ਨ ਨੇ। ਇੱਕ ਆਮ ਤੌਰ ਤੇ ਵੀ ਸਵਾਲ ਨਿਕਲ ਰਹੇ ਨੇ, ਇਹ ਵੀ ਗੱਲਾਂ ਹੋ ਰਹੀਆਂ ਨੇ ਕਿ 92 MLA ਹੈਗੇ, ਕਹਿੰਦੇ ਜ਼ੋਰ ਵੀ ਪੂਰਾ ਲੱਗ ਰਿਹਾ, ਕਹਿੰਦੇ ਉਧਰ ਨੂੰ ਜ਼ੋਰ ਲੱਗ ਰਿਹਾ ਜਾਂ ਫਿਰ ਸੋਈ ਪਾਰਟੀ ਦਾ ਵੀ ਜ਼ੋਰ ਹੈਗਾ, ਵੀ ਕੋਈ ਪੁਰਾਣੀ ਚੀਜ਼ਾਂ ਨੇ, ਪੁਰਾਣੀਆਂ ਪਾਰਟੀਆਂ ਨੇ, ਸਾਰਾ ਬਈ 92 MLA ਨੇ, ਇਹ ਤਾਂ ਸਟੂਡੈਂਟ ਵੈਲਫੇਅਰ ਦਾ ਕੰਮ ਹੈ। ਜਿਹੜੀ ਕਾਉਂਸਲ ਹੈ ਉਹ MLA ਸਰਕਾਰਾਂ ਦੇ ਫੋਨ ਹੋ ਰਿਹਾ ਕਹਿੰਦੇ। ਬਈ ਮੈਂ ਤੁਹਾਨੂੰ ਉਹੀ ਦੱਸਣ ਲੱਗਿਆ, ਜਿਹੜੀ ਕਾਉਂਸਲ ਹੈ ਬਈ ਉਹ MLA ਸਰਕਾਰਾਂ ਦੀ ਕਾਉਂਸਲ ਥੋੜੀ ਹੈ, ਉਹ ਜਿਹੜੀ ਕਾਉਂਸਲ ਹੈ ਉਹ ਸਟੂਡੈਂਟ ਦੀ ਕਾਉਂਸਲ ਹੈ, ਉਹ ਕਾਉਂਸਲ ਸਟੂਡੈਂਟ ਵੈਲਫੇਅਰ ਵਾਸਤੇ ਬਣੀ ਹੈ। ਤੇ ਬਈ ਸੋਈ ਪਾਰਟੀ ਆਪਦੀ ਐਸਟੈਬਲਿਸ਼ਮੈਂਟ ਤੋਂ ਲੈ ਕੇ ਸੋਈ, ਇਨਸੋ, HPSU ਪਾਰਟੀਆਂ ਆਪਦੀ ਐਸਟੈਬਲਿਸ਼ਮੈਂਟ ਤੋਂ ਲੈ ਕੇ ਹੁਣ ਤੱਕ ਬਈ ਸਟੂਡੈਂਟ ਪੋਲਿਟਿਕਸ ਦਾ ਪਤਾ ਹੀ ਨਹੀਂ ਹੁੰਦੀ ਕੀ ਚੀਜ਼ ਹੈ, ਸਿਰਫ ਸਟੂਡੈਂਟ ਵੈਲਫੇਅਰ ਕਰਦੀਆਂ ਆਈਆਂ ਤੇ ਉਹਨਾਂ ਨੇ ਅੱਗੇ ਵੀ ਉਹੀ ਕਰਨਾ ਹੈ, ਅੱਜ ਵੀ ਉਹੀ ਕਰਦੀਆਂ ਤੇ ਉਹਨਾਂ ਦਾ ਇੱਕੋ ਇੱਕ ਸਲੋਗਨ ਹੈ ਕਿ ਇੱਕ ਦੇ ਨਾਲ ਸਭ ਨੇ ਤੇ ਸਭ ਦੇ ਨਾਲ ਇੱਕ। ਬਸ ਇਸੇ ਯੂਨਿਟੀ ਨੂੰ ਫੋਲੋ ਕਰਦੇ ਅਸੀਂ ਚਾਰੇ ਇਕੱਠੇ ਹੋਏ ਹਾਂ ਤੇ ਤਿੰਨੇ ਪਾਰਟੀਆਂ ਇਕੱਠੀਆਂ ਹੋਈਆਂ ਤੇ ਸਾਰੀ ਯੂਨੀਵਰਸਿਟੀ ਨੂੰ ਅਸੀਂ ਇਸੇ ਸਲੋਗਨ ਦੇ ਰਾਹੀਂ ਇਕੱਠਾ ਕਰਾਂਗੇ ਕਿ ਉਹਨਾਂ ਨੂੰ ਐਜ਼ ਅ ਕੈਂਡੀਡੇਟ ਜਾ ਰਹੇ ਹਾਂ, ਉਹ ਸਾਨੂੰ ਉਹਦਾ ਰਿਪਰੈਜ਼ੈਂਟੇਟਿਵ ਚੂਜ਼ ਕਰਨ ਤੇ ਸਾਨੂੰ ਕਾਉਂਸਲ 'ਚ ਬਿਠਾਉਣ। ਤਾਂ ਜਿਵੇਂ ਬਈ ਤੁਸੀਂ ਵੀ ਲੱਗੇ ਹੋਏ ਹੋ ਬਾਈ ਪ੍ਰਧਾਨਗੀ ਲਈ ਨੇ, ਤੁਸੀਂ ਕਾਹਦੇ ਲਈ ਕਰ ਰਹੇ ਹੋ, ਤਾਂ ਕੀ ਲੱਗਦਾ ਕਿ ਤੁਹਾਡੇ ਜਿੱਤ ਹੱਥ ਜਿਹੜੀ ਝੋਲੀ ਪੈ ਜਾਵੇਗੀ ਜਾਂ ਫਿਰ ਨਿਰਾਸ਼ਾ ਦੇਖਣੀ ਮਿਲੇਗੀ ਆਉਣ ਵਾਲੇ ਦਿਨਾਂ ਦੇ ਵਿੱਚ? मैं अनुराग है, मैं वाइस प्रेसिडेंट वास्ते तैयारी कर रहा तो निराशा वाली तो कोई गल ही नहीं है। जिथे भी असी जा रहे हैं स्टूडेंट्स तो बड़ा चंगा फीडबैक मिल रहा तो जिवें पिछली काउंसिल वाली गल भी हैगी है, बच्चे सानू आप दस रहे हैं कि CYSS तो कदे मीत एयर जी तो बाहर ही नहीं निकली, वो तो सारे साल उन्होंने कोल ही बैठ के चले गए, ठीक है। तो हुण तुसी भी जिवें कहा कि पूरा जोर फिर लाया रखा उन्होंने, पर बच्चे एक बार मौका देख सकते हैं। बच्चों के अगे हुण जिवें सानू भी कई बच्चे दस रहे हैं कि सानू साडे MLA ने फोन किया, असीं अगों उन्होंने कहता कि नहीं पिछली बार करता ऐतकी असीं वो गलती नहीं करनी। तो किते ना किते CYSS दा तुसीं कैंपस च माहौल भी वेख सकते हो, बहुत डाउन है। सिर्फ और सिर्फ जे अजे कुछ दिख रहा है तो सोई, इनसो तो HPSU का पैनल विख रहा है। तो असीं मैं तुहानूं एक चीज़ होर दसना चाहूँगा कि ये साडा पैनल सिर्फ इहो जिहा एक पैनल है जिहड़ी 4 सीट ते कंटेस्ट कर रहा, बाकी पार्टीज़ नूं तो 4 सीट कंटेस्ट करने का मौका ही नहीं मिल रहा, चाहे वो अपने आप को बड़ी बड़ी पार्टी कहने वाली NSUI पार्टी हो, चाहे ABVP पार्टी हो, चाहे कोई भी XYZ पार्टी हो, कोई पार्टी आज ऐसी नहीं है जो मिलके 4 सीट भी कंटेस्ट कर सकें। तो आप ये देख सकते हैं कि सिर्फ और सिर्फ सेल्फ इंटरेस्ट की बात हो रही है कि मुझे अपनी सीट से मतलब है, मैं ये कंटेस्ट कर रहा हूँ तो मेरी ये सीट निकल जाए। सिर्फ और सिर्फ आज की डेट में सोई, इनसो और HPSU रियल में स्टूडेंट वेलफेयर की बात करते हुए आज चारों सीटों पे एक रिप्रेजेंटेशन देने की कोशिश कर रही हैं। मैं अगर वो पार्टीज़ में जीत भी गई मान लो एक बार के लिए, तो उनके दूसरी सीटों का क्या, वो तो ऑप्शन ही नहीं रख रहे वहाँ, वो सीटें खाली तो रहेंगी ना, नहीं खाली तो नहीं रहेंगी। तो बहुत गलत मैसेज एक देने की कोशिश की जा रही है। स्टूडेंट पॉलिटिक्स हमेशा से ऐसे मिलने और जुलने वाली पॉलिटिक्स होनी चाहिए। हम सबका काम है कि हमने मिलजुल के इकट्ठे होकर काम करना है, और इसमें जो पिछले काफ़ी टाइम से MLAs की, मिनिस्टर्स की इंटरफेरेंस देखी जा रही है, उससे तो बच्चे खुद तंग हो चुके हैं और बच्चे खुद अब जवाब दे रहे हैं आगे से उन्हें। भाई आम आदमी पार्टी ते कांग्रेस की गल की जाए, वड्डी लीडरशिप भी सवाल चुक रही है, अकाली दल होरां ने भी अज सवाल चुके हैं, तो तुसीं किवें देखदे हो उन्हां दा इकट्ठे होना कि इत्थे भी NSUI ते आम आदमी पार्टी का कुछ CYSS का कुछ हो सकता इकट्ठे? ਬਈ ਉਹ ਤਾਂ ਦੇਖੋ ਉਹਨਾਂ ਨੂੰ ਹੀ ਪਤਾ ਹੈ ਜੋ, ਪਰ ਉਹਨਾਂ ਨੂੰ ਹਾਲਾਤ ਲੱਗ ਰਹੇ ਨੇ ਕਿਉਂਕਿ ਉਦੋਂ ਆਪਦੇ ਹਾਲਾਤ ਉਹਨਾਂ ਦੇ ਜਿਵੇਂ ਬਾਈ ਨੇ ਵੀ ਦੱਸਿਆ ਮਾੜੇ ਚੱਲ ਰਹੇ ਨੇ, ਜਿਹਨੂੰ ਸਟੂਡੈਂਟਸ ਸਾਨੂੰ ਦੱਸ ਰਹੇ ਨੇ, ਸਟੂਡੈਂਟਸ ਤੇ ਉਹਨਾਂ ਨੂੰ ਵੀ ਦੱਸ ਰਹੇ ਨੇ ਕਿ ਉਹਨਾਂ ਦੇ ਕੀ ਹਾਲਾਤ ਨੇ। ਉਹਨਾਂ ਨੂੰ ਕਿਸੇ ਡਿਪਾਰਟਮੈਂਟ 'ਚ ਉਹ ਨਹੀਂ ਕਰ ਰਹੇ, ਡਿਪਾਰਟਮੈਂਟਸ ਉਹਨਾਂ ਕੋਲ ਆਪਦੀ ਰਿਪਰੈਜ਼ੈਂਟੇਸ਼ਨ ਵੀ ਨਹੀਂ ਰਹੀ ਹੈ, ਕਈ ਡਿਪਾਰਟਮੈਂਟਸ ਤਾਂ ਉਹਨਾਂ ਦੇ DR ਵੀ ਉਹਨਾਂ ਨੇ ਬੈਕਆਊਟ ਕਰਾ ਲਏ ਨੇ ਆਪਦੇ। ਤਾਂ ਤੁਸੀਂ ਆਪ ਹੀ ਸੋਚੋ ਜਿਹੜੀ ਪਾਰਟੀਜ਼ ਦਾ ਕੁਝ ਬਣ ਹੀ ਨਹੀਂ ਰਿਹਾ ਉਹਨਾਂ ਦਾ ਉੱਪਰ ਕੀ ਬਣੇਗਾ। ਮਤਲਬ ਕੁਛ ਨਹੀਂ ਬਾਰੇ ਬਈ ਤੁਸੀਂ ਕੀ ਦੇਖ ਰਹੇ ਹੋ ਕਿ ਤੁਹਾਡੀ ਵੀ ਅਜਿਹੀ ਇੱਕ ਬਣੀ ਹੋਈ ਹੈ ਕਿ ਹੁਣ ਜਿਹੜੀ ਪੂਰੀ ਤਿਆਰੀ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸੋਈ ਨੂੰ ਜਿਹੜਾ ਅੱਗੇ ਲੈ ਕੇ ਆਉਣਾ? जी, सोई के साथ जैसे मैं बताना चाहूँगा हमारा पुराना इतिहास रहा है, हम सोई के साथ हमेशा से ही इलेक्शन लड़ते आए हैं। पहले जो
विक्की मिड्डू खेड़ा जी होते थे, हम काफ़ी रिस्पेक्ट करते हैं उनकी, उनके साथ से मिल के हम इलेक्शन लड़ते आए हैं। तो इस साल भी हमें मौका मिला है कि हम एक साथ लड़ें, एकजुट होकर इलेक्शन लड़ें और कंटेस्ट करें और जीतें भी। मैं बताना चाहूँगा कि हम जीत भी हैं, बिल्कुल मार्जिन पे बिल्कुल जीत रहे हैं हम। और बाकी पार्टियों की जहाँ बात करें वो तो कहीं दिख भी नहीं रहे हैं, उनके कैंडिडेट्स ही लास्ट डे तक अनाउंस नहीं होते। उनकी अंदर की जो लड़ाई है कैंडिडेट की वो ख़त्म होएगी तब वो बच्चों की लड़ाई लड़ेंगे आगे आके। वो आपस में ही लड़ते रहते हैं कैंडिडेट्स, कभी एमएलए के पास चला जाता है, फिर वो एमपी के पास चला जाता है। जब स्टूडेंट्स को रिप्रेजेंट करने की बात आती है तो स्टूडेंट्स से तो कोई सलाह नहीं ली जाती और बाकी पार्टियों उस पर वैसे कीचड़ उठाए जाते हैं। तो हमारे अलायंस की एक और ख़ास बात मैं बताना चाहूँगा कि हमारे चारों कैंडिडेट जो हैं वो अलग अलग स्ट्रीम से हैं। मैं साइंसेस से हूँ, हमारे जो जॉइंट सेक्रेटरी हैं ये इंजीनियरिंग से हैं, हमारे जो वाइस प्रेसिडेंट हैं ये कंप्यूटर साइंस बैकग्राउंड से हैं और जो प्रेसिडेंट साहब हैं वो हमारे लॉज से हैं और थोड़ा आर्ट्स ब्लॉक से भी हैं बैकग्राउंड उनका। तो हम सारी जो स्ट्रीम्स हैं उनको साथ लेके चल रहे हैं ताकि कोई भी बच्चा नेगलेक्टेड ना फील होए। हर बच्चे की आवाज़ हम अथॉरिटीज़ तक लेके जाएं, ना कि हम अपना सेल्फिशनेस देखें कि हमें एक ही पोस्ट पे कंटेस्ट करना है, बाकी चलो जोन जीतेगा जीतते जाएंगे। फिर बाद में मुद्दे आ जाते हैं कि हम ये काम करना चाहते थे लेकिन साथ वाले और पोस्ट होल्डर्स नहीं माने, तो हम ये चीज़ नहीं बिल्कुल नहीं देखना चाहेंगे आने वाले टाइम में। इसलिए हम एक साथ मिलके पूरा पैनल जिताने का काम करेंगे ताकि हम स्टूडेंट वेलफेयर के लिए अच्छे से काम कर सकें। काम की बात होती है, कैसे काम स्टूडेंट जथेबंदी चाहिए? अगर पॉलिटिक्स में आ रहे हो, कॉलेज की यूनिवर्सिटी की जो पॉलिटिक्स है इसमें क्या कुछ सीखने को मिलता है, कैसे काम जड़े करवाने पड़ते हैं? नमस्कार सभी को, मेरा नाम दिक्कत पालडन्ना, मैं जॉइंट सेक्रेटरी के पोस्ट के लिए कंटेस्ट कर रही हूँ। जैसे आपने काम के लिए कहा कि हम हमेशा स्टूडेंट वेलफेयर के लिए ही काम करते आ रहे हैं, हम कोई बड़े बड़े वादे नहीं कर रहे जो स्टूडेंट सब खुद फेस कर रहे हैं। कोई वाईफाई की प्रॉब्लम होती है, उनको हॉस्टल अलॉटमेंट की प्रॉब्लम होती है, क्योंकि जो हमारी गेस्ट बेसिस के हॉस्टल्स है वो ज़्यादा अलॉट होते हैं कंपेरेटिव परमानेंट जो बेसिस रहते हैं। तो हमारे छोटे छोटे प्रॉब्लम्स हैं, हम छोटे छोटे प्रॉब्लम्स को ही लेके कि हम बहुत बड़े वादे नहीं करेंगे, जो हम स्टूडेंट्स के लिए वेलफेयर करते आ रहे हैं वैसे ही करते रहेंगे। ਤਾਂ ਇਹ ਸੋਈ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਸਾਰੀ ਜਥੇਬੰਦੀ ਦੇ ਨਾਲ। ਤਾਂ ਇਹਨਾਂ ਦਾ ਸਾਫ਼ ਤੌਰ ਤੇ ਕੰਪੇਨਿੰਗ ਚੱਲ ਰਹੀ ਹੈ ਜੋ ਇਲੈਕਸ਼ਨ ਨੂੰ ਲੈ ਕੇ। ਹੁਣ ਵੀ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਜਾ ਕੇ ਗੱਲਬਾਤ ਕਰ ਰਹੇ ਨੇ, ਪਰ ਜ਼ੋਰ ਜਿਹੜਾ ਪੂਰਾ ਅੱਡੀ ਚੋਟੀ ਦਾ ਲੱਗਿਆ ਹੋਇਆ। ਤਾਂ ਇਸ ਵਾਰ ਜਿਹੜਾ ਜਿਸ ਤਰੀਕੇ ਦੇ ਨਾਲ ਜੇ ਗੱਲ ਕੀਤੀ ਜਾਵੇ CYSS ਦੀ, ਕਿਉਂਕਿ ਪਿਛਲੀ ਵਾਰ ਬਾਜੀ ਮਾਰੀ ਗਈ ਸੀਗੀ, ਤਾਂ ਨਾਲ ਹੀ NSUA ਦੀ ਗੱਲ ਕੀਤੀ ਜਾਵੇ ਪੂਰਾ ਕਹਿੰਦੇ ਸਸਪੈਂਸ ਕ੍ਰੀਏਟ ਹੋ ਚੁੱਕਿਆ ਹੈ। ਪਰ ਇਸ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਕਿਹੜੀ ਪਾਰਟੀ ਹੈ ਜਿਹੜੀ ਬਾਜੀ ਮਾਰੇਗੀ, ਜਿਸ ਦੇ ਵਿੱਚ ਪ੍ਰੈਜ਼ੀਡੈਂਟ ਚੁਣਿਆ ਜਾਏਗਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੋਏਗੀ, ਤਾਂ ਅਸੀਂ ਪ੍ਰਧਾਨ ਦੇ ਨਾਲ ਤੁਹਾਡੀ ਗੱਲਬਾਤ ਕਰਾਈ ਹੈ ਸੋਈ ਦੇ, ਤਾਂ ਉਹ ਸਾਫ਼ ਤੌਰ ਤੇ ਆਪਣੇ ਪੱਖ ਰੱਖ ਰਹੇ ਸੀ, ਦੱਸ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਤਿਆਰੀ ਚੱਲ ਰਹੀ ਹੈ, ਕਿਸ ਤਰੀਕੇ ਦੇ ਨਾਲ ਬਾਕੀਆਂ ਦੀਆਂ ਜਥੇਬੰਦੀਆਂ ਨੂੰ ਸਟੂਡੈਂਟਾਂ ਨੇ ਨਕਾਰ ਦਿੱਤਾ। ਵਿੱਚ ਆਜੂ ਸਾਂਝੇ ਕਰੋ, ਕੈਮਰਾ ਸਹਿਯੋਗ ਦੇ ਸੀ ਸ਼ਿਵਾ। ਧੰਨਵਾਦ।